ਸਾਡਾ ਜਿਹੜਾ ਘੁਮਾਰ ਮੰਡੀ ਦਾ ਪੋਸ਼ ਏਰੀਆ ਇਹ ਬਹੁਤ ਕਾਸਟਲੀ ਜਗ੍ਹਾ ਹੈ। ਇੱਥੇ ਕੁਝ ਲੈਂਡ ਮਾਫੀਆ ਹੈਗੇ ਨੇ ਜਿਹੜੇ ਕਿਸੇ ਰਸੂਖਦਾਰ ਬੰਦੇ ਦੇ ਕਹਿਣ ਦੇ ਉੱਤੇ ਕਾਰਪੋਰੇਸ਼ਨ, ਪੁਲਿਸ, ਸਾਰੇ ਮਹਿਕਮੇ ਉਹ ਰਸੂਖਦਾਰ ਬੰਦੇ ਦਾ ਸਾਥ ਦਿੰਦੇ ਨੇ। ਮੈਂ ਆਪਣੇ ਕੌਂਸਲਰ ਸਾਹਿਬ ਕੋਲ ਜਾਣਾ, ਗੋਗੀ ਜੀ ਕੋਲੇ, ਮੈਂ ਆਪਣੇ ਏਰੀਆ ਦੇ ਐਮਐਲਏ ਸਾਹਿਬ ਕੋਲ ਜਾਣਾ, ਉਹਨਾਂ ਨੂੰ ਰਿਕੁਐਸਟ ਕਰਦਾ। ਐਮਐਲਏ ਸਾਹਿਬ ਮੈਨੂੰ ਕਹਿੰਦੇ ਤੂੰ ਜਾ, ਤੇਰੀ ਦੁਕਾਨ 2 ਘੰਟੇ 'ਚ ਖੁੱਲ੍ਹ ਜਾਏਗੀ, ਲੇਕਿਨ ਮੇਰੀ ਦੁਕਾਨ ਫਿਰ ਨਹੀਂ 5 ਦਿਨ ਖੁੱਲ੍ਹਦੀ। ਫਿਰ ਮੈਂ ਜਾ ਕੇ ਮੇਅਰ ਸਾਹਿਬ ਨੂੰ ਮਿਲਦਾ, ਮੇਅਰ ਸਾਹਿਬ ਵੀ ਇਹ ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ ਹੈ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਮੇਅਰ ਸਾਹਿਬ ਮੈਨੂੰ ਕਹਿੰਦੇ ਤੇਰੀ ਦੁਕਾਨ 2 ਘੰਟੇ 'ਚ ਖੁੱਲ੍ਹ ਜਾਏਗੀ। ਮੈਂ 5 ਦਿਨ ਵੇਟ ਕਰਦਾ, ਮੇਰੀ ਦੁਕਾਨ ਨਹੀਂ ਖੁੱਲ੍ਹਦੀ। ਅੱਗੇ ਤੇ ਲੈਂਡ ਮਾਫੀਆ ਆਪਣੇ ਜ਼ੋਰ 'ਤੇ ਕੰਮ ਕਰਦੇ ਸੀਗੇ, ਲੇਕਿਨ ਹੁਣ ਸਰਕਾਰੀ ਡਿਪਾਰਟਮੈਂਟਸ ਵੀ ਉਹਨਾਂ ਨਾਲ ਮਿਲ ਗਈਆਂ ਹੋਈਆਂ ਨੇ। ਉਹ ਦੇਖਦੇ ਆ ਕਿ ਕਿਹੜੀ ਸਰਕਾਰੀ ਡਿਪਾਰਟਮੈਂਟ ਇਹ ਪ੍ਰਾਪਰਟੀ ਨੂੰ ਸੀਲ ਕਰ ਸਕਦੇ, ਜਾਂ ਬਿਜਲੀ ਦੇ ਕਨੈਕਸ਼ਨ ਕੱਟ ਸਕਦੇ ਆ, ਜਾਂ ਇਸ ਜਿਹੜਾ ਦੁਕਾਨਦਾਰ ਹੈ ਉਹਨੂੰ ਕਿੱਦਾਂ ਪਰੇਸ਼ਾਨ ਕਰਕੇ ਇੱਥੋਂ ਕੱਢ ਸਕਦੇ ਆ। ਥ੍ਰੈਟ ਆਉਂਦੇ ਰਹਿੰਦੇ ਜੀ, ਬਹੁਤ ਥ੍ਰੈਟ ਆਉਂਦੇ ਆ, ਲੇਕਿਨ ਕੋਈ ਗੱਲ ਨਹੀਂ, ਜਿੰਨੇ ਪਰਮਾਤਮਾ ਨੇ ਸਵਾਸ ਲਿਖੇ ਆ ਉਹਨਾਂ ਦੇ ਹੋਣੇ ਹੀ ਨੇ, ਡਰ ਕੇ ਤਾਂ ਕੁਝ ਹੋਣਾ ਨਹੀਂ ਹੈ। ਥ੍ਰੈਟਾਂ ਦੀ ਕੰਪਲੇਂਟ ਆ ਜਿਹੜੀ ਤੁਸੀਂ ਸੀਪੀ ਸਾਹਿਬ ਨੂੰ ਦੱਸੀ? ਹਾਈ ਕੋਰਟ ਨੇ ਬਹੁਤ ਅੱਛਾ ਸਟੈਪ ਚੱਕਿਆ। ਉਹਨਾਂ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਖਿਚਾਈ ਕੀਤੀ, ਔਰ ਇਹ ਕਮਿਸ਼ਨਰ ਸਾਹਿਬ ਨੇ ਉੱਥੇ ਪ੍ਰੋਮਿਸ ਕੀਤਾ ਕਿ ਸਵੇਰੇ ਮੈਂ 10 ਵਜੇ ਦੁਕਾਨ ਖੋਲ੍ਹ ਦੂੰਗਾ। ਮਿਸਟਰ ਬੇਦੀ ਆਏ, ਸਵੇਰੇ 10 ਵਜੇ ਦੁਕਾਨ ਖੋਲ੍ਹ ਗਏ। ਪਤਾ ਨਹੀਂ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਕੀ ਮਿਲਦਾ, ਕੀ ਰੱਖਿਆ ਹੋਇਆ, ਜਿਹੜੀ ਇਹਨਾਂ ਦੀ ਟਰਾਂਸਫਰ ਹੀ ਨਹੀਂ ਹੁੰਦੀ। ਕੋਈ ਮਿਨਿਸਟਰੀ 'ਚ ਇਹਨਾਂ ਦੀ ਪਹੁੰਚ ਹੈ, ਜਾਂ ਇਹਨਾਂ ਦੀ ਸਰਕਾਰੀ ਦਾਇਰਿਆਂ 'ਚ ਕੀ ਪਹੁੰਚ ਹੈ ਕਿ ਜਿਹੜੇ ਬੰਦੇ ਇੱਥੇ 20-20 ਸਾਲ ਦੇ ਇੱਕ ਹੀ ਕੁਰਸੀ 'ਤੇ ਬੈਠੇ ਨੇ। ਇਹ ਲੋਕ ਕੁਝ ਵੀ ਕਰ ਸਕਦੇ ਆ। ਇਹ ਸਾਡੀ ਜਾਨ ਨੂੰ ਵੀ ਖਤਰਾ, ਸਾਡੇ ਮਾਲ ਨੂੰ ਵੀ ਖਤਰਾ, ਸਾਡੇ ਵਰਕਰਾਂ ਨੂੰ ਵੀ ਖਤਰਾ ਹੈ। ਇਹ ਕੋਈ ਵੀ ਸਾਡਾ ਨੁਕਸਾਨ ਕਰ ਸਕਦੇ, ਕਿਉਂਕਿ ਬੜੇ ਪਾਵਰਫੁਲ ਬੰਦੇ ਆ। ਦੇਸ਼ ਵਿਦੇਸ਼ ਟਾਈਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ। ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਆਏ ਦਿਨ ਦੁਕਾਨਾਂ ਜਾਂ ਜਗ੍ਹਾ ਦੇ ਉੱਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਜਿਹੜੇ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਨੇ। ਤਾਜ਼ਾ ਮਾਮਲਾ ਲੁਧਿਆਣੇ ਦੇ ਘੁਮਾਰ ਮੰਡੀ ਮਾਰਕੀਟ ਤੋਂ ਆ, ਜਿੱਥੇ ਕਿ ਕਾਰਪੋਰੇਸ਼ਨ ਬਿਨਾਂ ਨੋਟਿਸ ਤੋਂ ਹੀ ਇੱਕ ਦੁਕਾਨ ਨੂੰ ਜਿਹੜਾ ਸੀਲ ਕਰ ਜਾਂਦੀ ਹੈ, ਔਰ ਉਹ ਸੀਲਿੰਗ ਹੈ ਜਿਹੜੀ ਅੱਧੀ ਰਾਤ ਨੂੰ ਹੁੰਦੀ ਹੈ। ਰਾਤੋਂ ਰਾਤ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਜਾਂਦਾ, ਜਦ ਕਿ ਬਾਈ ਲੋ ਇਹ ਆਰਡਰ ਨੇ ਕਿ ਅਗਰ ਕਿਸੇ ਦੁਕਾਨ ਨੂੰ, ਕਿਸੇ ਘਰ ਨੂੰ ਤੁਸੀਂ ਸੀਲ ਕਰਨਾ ਹੈ ਤਾਂ ਪਹਿਲਾਂ ਨੋਟਿਸ ਆ ਜਿਹੜਾ ਕਾਰਪੋਰੇਸ਼ਨ ਵੱਲੋਂ ਜਾਰੀ ਹੁੰਦਾ ਹੈ। ਲੇਕਿਨ ਇੱਥੇ ਕਿਸੇ ਰਸੂਖਦਾਰ ਦੀ ਸ਼ਹਿ ਦੇ ਉੱਤੇ ਇੱਕ ਦੁਕਾਨ ਨੂੰ ਹੈ ਜਿਹੜਾ ਸੀਲ ਕਰ ਦਿੱਤਾ ਜਾਂਦਾ, ਰਾਤੋਂ ਰਾਤ ਉਸ ਦੁਕਾਨ ਨੂੰ ਸੀਲ ਕਰ ਦਿੱਤਾ ਜਾਂਦਾ। ਦੁਕਾਨ 1 ਮਹੀਨੇ ਦੇ ਕਰੀਬ ਆ ਜਿਹੜੀ ਬੰਦ ਰਹਿੰਦੀ ਆ। ਰੁੱਖ ਕਰਦੇ ਨੇ ਮਾਲਕ ਨੇ, ਜਿਹੜੇ ਵੀਡੀਓ ਹਾਊਸ ਦੇ ਜਿਹੜੇ ਮਾਲਕ ਨੇ, ਦੁਕਾਨ ਦਾ ਨਾਂ ਹੈ ਜੀ, ਇੱਥੇ ਮੈਂ ਦੱਸ ਦਵਾਂ, ਵੀਡੀਓ ਹਾਊਸ ਨਾਮ ਦੀ ਇੱਕ ਦੁਕਾਨ ਹੈ ਜਿਸ ਦੇ ਮਾਲਕ ਨੇ ਰਜਿੰਦਰ। ਉਹ ਰੁੱਖ ਕਰਦੇ ਨੇ ਹਾਈ ਕੋਰਟ ਦਾ। ਹਾਈ ਕੋਰਟ ਤੋਂ ਬਾਅਦ ਕਾਰਪੋਰੇਸ਼ਨ ਨੂੰ ਜਿਹੜੀ ਝਾੜ ਪੈਂਦੀ ਹੈ, ਤੇ ਉਸ ਤੋਂ ਬਾਅਦ ਦੁਕਾਨ ਨੂੰ ਖੋਲ੍ਹਣ ਦੇ ਜਿਹੜੇ ਆਰਡਰ ਨੇ ਉਹ ਦੇ ਦਿੱਤੇ ਜਾਂਦੇ ਨੇ। ਅਤੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਨੂੰ ਇਹ ਜੁਰਮਾਨਾ ਵੀ ਲਗਾਇਆ ਜਾਂਦਾ ਕਿ ਰਜਿੰਦਰ ਹੋਰਾਂ ਨੂੰ ਤਕਰੀਬਨ 1 ਮਹੀਨਾ ਦੁਕਾਨ ਬੰਦ ਰਹਿਣ ਦਾ ਹਰਜਾਨਾ ਜਿਹੜਾ ਦਿੱਤਾ ਜਾਵੇ। ਉਹਨਾਂ ਦੇ ਜਿਹੜਾ ਕੰਮ ਕਰਦਾ ਜਿਹੜਾ ਨੁਕਸਾਨ ਹੋਇਆ, ਤਕਰੀਬਨ 25,000 ਦੇ ਕਰੀਬ ਉਹ ਜੁਰਮਾਨਾ ਜਿਹੜਾ ਲਗਾਇਆ ਗਿਆ। ਖੈਰ, ਉਹ 30 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਬਾਈ ਡਰਾਫਟ, ਉਹ ਜਿਹੜਾ ਪੇਮੈਂਟ ਉਹਨਾਂ ਨੂੰ ਕਰਨੀ ਹੈਗੀ ਆ ਰਜਿੰਦਰ ਹੋਰਾਂ ਨੂੰ। ਇਹ ਮਾਮਲਾ ਸਾਰਾ ਕੀ ਹੈ, ਕਿਉਂ ਦੁਕਾਨ ਨੂੰ ਸੀਲ ਕੀਤਾ ਗਿਆ, ਕਿਉਂ ਕਾਰਪੋਰੇਸ਼ਨ ਨੇ ਰਾਤੋਂ ਰਾਤ ਦੁਕਾਨ ਨੂੰ ਜਿਹੜਾ ਸੀਲ ਕਰ ਦਿੱਤਾ? ਰਜਿੰਦਰ ਹੁਣੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ, ਜਾਣਦੇ ਹਾਂ ਕਿ ਇਹ ਮਸਲਾ ਸਾਰਾ ਹੈ ਕੀ। ਰਜਿੰਦਰ ਜੀ, ਸਵਾਗਤ ਹੈ। ਧੰਨਵਾਦ ਜੀ। ਇਹ ਕੀ ਮਾਮਲਾ ਕੀ ਹੈ ਜੀ? ਇੱਕ ਕਾਰਪੋਰੇਸ਼ਨ ਅਗਰ ਕਿਸੇ ਬਿਲਡਿੰਗ ਨੂੰ ਸੀਲ ਕਰਦੀ ਹੈ ਤਾਂ ਪਹਿਲਾਂ ਨੋਟਿਸ ਦੇਣਾ ਪੈਂਦਾ ਆ, 15 ਦਿਨ ਦਾ, 1 ਮਹੀਨੇ ਦਾ ਨੋਟਿਸ ਜਿਹੜਾ ਆਉਂਦਾ ਆ, ਲੇਕਿਨ ਤੁਹਾਡੀ ਦੁਕਾਨ ਰਾਤੋਂ ਰਾਤ ਆ ਜਿਹੜੀ ਸੀਲ ਕਰ ਦਿੱਤੀ। ਸਰ, ਇਹਦੇ 'ਚ ਇਸ ਤਰ੍ਹਾਂ ਜੀ, ਸਾਡਾ ਜਿਹੜਾ ਘੁਮਾਰ ਮੰਡੀ ਦਾ ਪੋਸ਼ ਏਰੀਆ ਇਹ ਬਹੁਤ ਕਾਸਟਲੀ ਜਗ੍ਹਾ ਹੈ। ਇੱਥੇ ਕੁਝ ਲੈਂਡ ਮਾਫੀਆ ਹੈਗੇ ਨੇ ਜਿਹੜੇ ਕਿਸੇ ਰਸੂਖਦਾਰ ਬੰਦੇ ਦੇ ਕਹਿਣ ਦੇ ਉੱਤੇ ਕਾਰਪੋਰੇਸ਼ਨ, ਪੁਲਿਸ, ਸਾਰੇ ਮਹਿਕਮੇ ਉਹ ਰਸੂਖਦਾਰ ਬੰਦੇ ਦਾ ਸਾਥ ਦਿੰਦੇ ਨੇ। ਇਹ ਜਿਹੜਾ ਵੀ ਵੀਕ ਬੰਦਾ ਦੇਖਦੇ ਆ ਜਾਂ ਕੋਈ ਪ੍ਰਾਪਰਟੀ ਦੇਖਦੇ ਆ, ਇਹ ਉਹ ਰਸੂਖਦਾਰ ਬੰਦੇ ਦੇ ਜਿਹੜੇ ਲੈਂਡ ਮਾਫੀਆ ਬੰਦੇ ਛੱਡੇ ਹੋਏ ਆ, ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੰਦਾ ਸਾਥ ਕਾਰਪੋਰੇਸ਼ਨ ਦੇ ਅਫਸਰ ਵੀ ਨਾਲ ਦਿੰਦੇ ਨੇ। ਦੇਖੋ, ਮੇਰੀ ਦੁਕਾਨ ਇਹਨਾਂ ਨੇ ਸੀਲ ਕੀਤੀ ਹੈ, ਮੈਨੂੰ ਕੋਈ ਨੋਟਿਸ ਨਹੀਂ ਹੈ। ਮੇਰੇ ਨਾਲ ਇਹਨਾਂ ਨੇ ਕੋਈ ਵੀ ਇੱਦਾਂ ਦੀ ਗੱਲ ਨਹੀਂ ਕੀਤੀ। ਸਵੇਰੇ 6 ਵਜੇ ਆ ਕੇ ਮੇਰੀ ਦੁਕਾਨ ਸੀਲ ਕਰ ਰਹੇ ਆ।
ਮੈਂ ਜਾ ਕੇ ਮਿਸਟਰ ਬਿੰਦਰਾ ਨੂੰ ਮਿਲ ਰਿਹਾ, ਜਿਹੜੇ ਇੱਥੇ ਇੰਚਾਰਜ ਨੇ ਬਿਲਡਿੰਗ ਦੇ। ਉਹ ਮੈਨੂੰ ਕਹਿ ਰਹੇ ਆ ਜੀ ਮੈਨੂੰ ਨਹੀਂ ਪਤਾ ਕਿ ਤੁਹਾਡੀ ਦੁਕਾਨ ਕਿਉਂ ਬੰਦ ਹੋਈ ਹੈ, ਤੁਸੀਂ ਮਿਸਟਰ ਬੇਦੀ ਨੂੰ ਮਿਲੋ। ਮੈਂ ਬੇਦੀ ਨੂੰ ਮਿਲਦਾ, ਉਹ ਕਹਿੰਦਾ ਜੀ ਮੇਰੇ ਇੰਸਪੈਕਟਰ ਸਾਹਿਬ ਦੱਸਣਗੇ, ਮੇਰੀ ਨੌਲੇਜ ਵਿੱਚ ਹੈ। ਇਹ ਬੇਦੀ ਸਾਹਿਬ ਕੌਣ ਹੈ? ਇਹ ਅਸਿਸਟੈਂਟ ਨੇ ਜੀ ਬਿੰਦਰਾ ਸਾਹਿਬ ਦੇ, ਠੀਕ ਹੈ ਜੀ। ਉਹ ਕਹਿੰਦੇ ਮੇਰੇ ਇੰਸਪੈਕਟਰ ਸਾਹਿਬ ਦੱਸਣਗੇ। ਚਲੋ ਫਿਰ ਮੈਂ ਜਾ ਕੇ ਮੇਅਰ ਸਾਹਿਬ ਨੂੰ ਮਿਲਦਾ। ਮੇਅਰ ਸਾਹਿਬ ਵੀ ਇਹ ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ ਹੈ, ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਮੇਅਰ ਸਾਹਿਬ ਮੈਨੂੰ ਕਹਿੰਦੇ ਤੇਰੀ ਦੁਕਾਨ 2 ਘੰਟੇ 'ਚ ਖੁੱਲ੍ਹ ਜਾਏਗੀ। ਮੈਂ 5 ਦਿਨ ਵੇਟ ਕਰਦਾ, ਮੇਰੀ ਦੁਕਾਨ ਨਹੀਂ ਖੁੱਲ੍ਹਦੀ। ਮੈਂ ਆਪਣੇ ਕੌਂਸਲਰ ਸਾਹਿਬ ਕੋਲ ਜਾਂਦਾ, ਗੋਗੀ ਜੀ ਕੋਲੇ, ਮੈਂ ਆਪਣੇ ਏਰੀਏ ਦੇ MLA ਸਾਹਿਬ ਕੋਲ ਜਾਂਦਾ, ਉਹਨਾਂ ਨੂੰ ਰਿਕੁਐਸਟ ਕਰਦਾ। MLA ਸਾਹਿਬ ਮੈਨੂੰ ਕਹਿੰਦੇ ਤੂੰ ਜਾ, ਤੇਰੀ ਦੁਕਾਨ 2 ਘੰਟੇ 'ਚ ਖੁੱਲ੍ਹ ਜਾਏਗੀ। ਲੇਕਿਨ ਮੇਰੀ ਦੁਕਾਨ ਫਿਰ ਨਹੀਂ 5 ਦਿਨ ਖੁੱਲ੍ਹਦੀ। ਜਿਸ ਤੋਂ ਮੈਂ ਦੇਖਦਾ ਕਿ ਲੀਡਰਾਂ ਨੇ ਜਾਂ ਅਫਸਰਾਂ ਨੇ ਮੇਰਾ ਕੋਈ ਸਾਥ ਨਹੀਂ ਦੇਣਾ, ਉਸ ਕਰਕੇ ਮੈਨੂੰ ਹਾਈ ਕੋਰਟ ਮੂਵ ਕਰਨਾ ਪੈਂਦਾ। ਜਦੋਂ ਮੈਂ ਹਾਈ ਕੋਰਟ ਮੂਵ ਕਰਦਾ ਤਾਂ ਹਾਈ ਕੋਰਟ ਬਹੁਤ ਹੀ ਐਕਸ਼ਨ ਲੈਂਦੀ ਹੈ। ਇੱਥੇ ਮੈਂ ਥੋੜਾ ਰੁਕਦਾ, ਮੈਂ ਹਾਈ ਕੋਰਟ ਦੇ ਉੱਤੇ ਵੀ ਆਉਂਗਾ। ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਦੁਕਾਨ ਦੀ ਮਾਲਕੀਅਤ ਜਿਹੜੀ ਤੁਹਾਡੇ ਨਾਂ 'ਤੇ ਹੈ, ਉਹ ਮੈਨੂੰ ਸਾਰਾ ਡਿਟੇਲ ਦੱਸੋ। ਹਾਂਜੀ, ਜਿਹੜੀ ਇਹ ਦੁਕਾਨ ਦੀ ਮਾਲਕੀਅਤ ਹੈਗੀ ਜੀ, ਮੈਂ 1980 ਤੋਂ ਇੱਥੇ ਕਿਰਾਏਦਾਰ ਹਾਂ। ਸਰਦਾਰ ਬਲਬੀਰ ਸਿੰਘ ਹਰਾਂ ਦੀ ਫੈਮਿਲੀ ਦੀ ਇਹ ਜੱਦੀ ਪ੍ਰਾਪਰਟੀ ਹੈ। ਇਹ ਉਹੀ ਮਾਲਕ ਨੇ, ਉਹਨਾਂ ਦੀ ਮੇਰੇ ਕੋਲ ਰਸੀਦ ਹੈ। ਦੇਖੋ ਕਿੱਥੇ ਰਹਿੰਦੇ ਨੇ? ਉਹ ਕਲਕੱਤੇ ਨੂੰ ਬਿਲੋਂਗ ਕਰਦੇ ਆ ਜੀ, ਸ਼ੁਰੂ ਤੋਂ ਹੀ ਕਲਕੱਤੇ ਨੂੰ ਬਿਲੋਂਗ ਕਰਦੇ ਆ। ਇਹ ਦੁਕਾਨ ਮੈਂ ਉਹਨਾਂ ਤੋਂ ਤੁਸੀਂ ਇਹ ਰੈਂਟ ਤੇ ਲਈ ਹੈ ਜੀ। ਹਾਂਜੀ, ਜਿੰਦਾ 1980 ਦਾ ਜਿੰਦਾ ਕਿਰਾਇਆਨਾਮਾ ਮੇਰੇ ਕੋਲ ਇਸ ਟਾਈਮ ਵੀ ਅਵੇਲੇਬਲ ਹੈ। ਜਿਹੜੀਆਂ 1980 'ਚ ਕਾਰਪੋਰੇਸ਼ਨ ਦੀਆਂ ਰਸੀਦਾਂ ਨੇ ਟੈਕਸ ਦੀਆਂ, ਉਹ ਮੈਂ 1980 ਤੋਂ ਇਹਨਾਂ ਨੂੰ ਪੇ ਕਰਦਾ ਪਿਆ। ਜਿਸ ਟਾਈਮ ਕਿ 25 ਰੁਪਏ ਸਿਰਫ ਸਾਲ ਦੀ ਫੀਸ ਹੁੰਦੀ ਸੀਗੀ, ਜਿਹੜੀ ਇਹ 1980 ਦੀ ਜੀ। ਸੋ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਰਸੀਦ ਦਿਖਾ ਦੇਣ। 1980 ਦੀ ਰਸੀਦ ਆ, 25 ਰੁਪਏ ਦੀ ਨਗਰ ਨਿਗਮ ਦੀ। ਸੋ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ 1980 ਤੋਂ ਦੁਕਾਨ ਹੈ ਜਿਹੜੀ ਇਹਨਾਂ ਦੇ ਕੋਲ ਹੈ। ਇਹ ਹੁਣ ਇਹ ਜਿਹੜੀ ਰਸੀਦ ਹੈ, ਇਹ ਲੇਟੈਸਟ ਰਸੀਦ ਹੈ। ਇਹ ਜਿਹੜੀ ਹੁਣ 2019-20 ਦੀ ਰਸੀਦ ਹੈ ਜੀ, ਠੀਕ ਹੈ ਜੀ। ਉਦੋਂ 25 ਰੁਪਏ ਹੁੰਦੇ ਸੀ, ਹੁਣ 135 ਰੁਪਏ ਟੈਕਸ ਹੈਗਾ ਕਾਰਪੋਰੇਸ਼ਨ, ਜਿਹੜਾ ਕਿ ਮੈਂ ਰੈਗੂਲਰਲੀ ਪੇ ਕਰਦਾ ਪਿਆ। ਜਿਹੜਾ ਬਿਜਲੀ ਦਾ ਮੀਟਰ ਹੈ ਉਹ ਮੇਰੇ ਨਾਮ 'ਤੇ ਹੈ। ਸਾਰੇ ਡਾਕੂਮੈਂਟਸ ਰਜਿਸਟਰਡ ਫਰਮ ਹੈ ਸਾਡੀ, ਸੇਲ ਟੈਕਸ ਨੰਬਰ, GST ਨੰਬਰ, ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ। ਲੇਕਿਨ ਕਾਰਪੋਰੇਸ਼ਨ ਦਾ ਧੱਕਾ ਇਹ ਹੈਗਾ ਕਿ ਜਿਹੜੇ ਲੈਂਡ ਮਾਫੀਆ ਹੈਗੇ ਨੇ, ਅੱਗੇ ਤੇ ਲੈਂਡ ਮਾਫੀਆ ਆਪਣੇ ਜ਼ੋਰ 'ਤੇ ਕੰਮ ਕਰਦੇ ਸੀਗੇ, ਲੇਕਿਨ ਹੁਣ ਸਰਕਾਰੀ ਡਿਪਾਰਟਮੈਂਟਸ ਵੀ ਉਹਨਾਂ ਨਾਲ ਮਿਲ ਗਈਆਂ ਹੋਈਆਂ ਨੇ। ਉਹ ਦੇਖਦੇ ਆ ਕਿ ਕਿਹੜੀ ਸਰਕਾਰੀ ਡਿਪਾਰਟਮੈਂਟ ਇਹ ਪ੍ਰਾਪਰਟੀ ਨੂੰ ਸੀਲ ਕਰ ਸਕਦੇ, ਜਾਂ ਬਿਜਲੀ ਦੇ ਕਨੈਕਸ਼ਨ ਕੱਟ ਸਕਦੇ ਆ, ਜਾਂ ਜਿਹੜਾ ਦੁਕਾਨਦਾਰ ਹੈ ਉਹਨੂੰ ਕਿੱਦਾਂ ਪਰੇਸ਼ਾਨ ਕਰਕੇ ਤੋਂ ਕੱਢ ਸਕਦੇ ਆ। ਲੇਕਿਨ ਸਰਕਾਰੀ ਅਫਸਰਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਉੱਤੇ ਹਾਈ ਕੋਰਟ ਬੈਠਾ ਹੈ, ਉੱਪਰ ਹੋਰ ਡਿਪਾਰਟਮੈਂਟਸ ਬੈਠੀਆਂ ਨੇ, ਕਿ ਅਸੀਂ ਲੋਕਾਂ ਨੂੰ ਤੰਗ ਨਾ ਕਰੀਏ। ਕਿਉਂਕਿ ਦੇਖੋ ਆਲਰੇਡੀ ਕਰੋਨਾ ਨੇ ਤੰਗ ਕੀਤਾ ਹੋਇਆ। ਹੁਣ ਮੇਰੇ ਨਾਲ 4 ਫੈਮਲੀਆਂ ਹੋਰ ਜੁੜੀ ਹੋਈ, ਜਿਹੜੇ ਮੇਰੇ ਵਰਕਰ ਆ ਉਹ ਰੋਟੀ ਖਾਂਦੇ ਆ। 1 ਮਹੀਨਾ ਇਹਨਾਂ ਨੇ ਮੇਰੀ ਦੁਕਾਨ ਬੰਦ ਕੀਤੀ। ਮੇਰਾ ਨੁਕਸਾਨ ਹੋਇਆ, ਮੇਰੇ ਵਰਕਰਾਂ ਦਾ ਨੁਕਸਾਨ ਵੀ ਹੋ ਰਿਹਾ। ਹੁਣ ਗੱਲ ਇਹ ਕਿ ਇਹ ਸਾਡੇ ਲੀਡਰਾਂ ਨੂੰ ਸੋਚਣਾ ਚਾਹੀਦਾ, ਨਾ ਕਿ ਉਹ ਕਿਸੇ ਲੈਂਡ ਮਾਫੀਆ ਦਾ ਸਾਥ ਦੇਣ, ਉਹ ਦੁਕਾਨਦਾਰਾਂ ਦਾ ਸਾਥ ਦੇਣ, ਪਬਲਿਕ ਦਾ ਸਾਥ। ਔਰ ਜਿਹੜਾ ਤੁਸੀਂ ਗੱਲ ਜ਼ਿਕਰ ਕਰਦੇ ਹੋ ਕਿ ਰਸੂਖਦਾਰ ਵਿਅਕਤੀ ਜਿਹੜਾ ਹੈਗਾ ਕਿ ਕਿਸੇ ਪੋਲੀਟੀਕਲ ਪਾਰਟੀ ਤੋਂ ਬਿਲੋਂਗ ਕਰਦਾ, ਨੈਚੁਰਲੀ ਗੱਲ ਹੈ ਜੀ, ਕਿਉਂਕਿ ਸ਼ਾਇਦ ਸਾਰੀ ਪੋਲੀਟੀਕਲ ਪਾਰਟੀਆਂ ਦੀ ਹੁੰਦੀ ਆ। ਸ਼ਾਇਦ ਸਾਰੀ ਇਹ ਜਿਹੜੇ ਮਾਫੀਆ ਨੇ ਜਾਂ ਹੋਰ ਅਫਸਰ ਲੋਕ ਹੈਗੇ, ਜਿਹੜੇ ਧੱਕੇਸ਼ਾਹੀ ਕਰਦੇ ਆ, ਜਿਹੜੇ ਕਰਪਟ ਲੋਕ ਹੈਗੇ ਆ। ਅਸਲ ਦੇ ਵਿੱਚ ਇਹ ਨੌਬਤ ਇੱਥੇ ਤੱਕ ਪਹੁੰਚੀ ਕਿਉਂ ਕਿ ਇੱਕ ਪੋਲੀਟੀਕਲ ਬੰਦੇ ਦੀ ਸ਼ਹਿਰ ਦੇ ਉੱਤੇ ਰਾਤੋਂ ਰਾਤ ਦੁਕਾਨ ਜਿਹੜੀ ਸੀਲ ਕਰ ਦਿੱਤੀ ਗਈ। ਮਾਜਰਾ ਹੈ ਕਿ ਸਰ ਇਹਦੇ 'ਚ ਹੈਗਾ ਕਿ ਕਬਜ਼ਾ ਕਰਨਾ ਚਾਹੁੰਦੇ ਜੀ ਪ੍ਰਾਪਰਟੀ ਦਾ। ਦੇਖਦੇ ਕਮਜ਼ੋਰ ਬੰਦਾ ਕਿਹੜਾ ਹੈਗਾ, ਉਹਨੂੰ 5-10 ਲੱਖ ਰੁਪਈਆ ਦੇ ਕੇ ਕੱਢ ਦਿੱਤਾ ਜੀ ਅਸੀਂ। ਇਹ ਪਹਿਲੇ ਗੌਰਮੈਂਟ ਤੋਂ ਸੀਲ ਕਰਾ ਦਿੰਦੇ ਆ, ਮੁੜ ਕੇ ਅਫਸਰਾਂ ਦੇ ਥਰੂ ਹੀ ਸੌਦੇਬਾਜ਼ੀ ਕਰਦੇ ਆ। ਤੁਹਾਨੂੰ ਵੀ ਕੋਈ ਆਫਰ ਆਈ ਹੈ? ਨਹੀਂ, ਆਫਰਾਂ ਤਾਂ ਦੇਖੋ ਜੀ ਆਉਂਦੀ ਹੀ ਰਹਿੰਦੀਆਂ ਨੇ, ਆਫਰਾਂ ਤਾਂ ਆਈਆਂ ਨੇ। ਲੇਕਿਨ ਦੇਖੋ ਮੇਰੇ 80 ਦੀ ਮੈਂ ਜਦੋਂ ਸਟੱਡੀ ਕਰਦਾ ਸੀ ਤਦ ਦੀ ਮੇਰੀ ਦੁਕਾਨ ਹੈ, ਮੈਂ ਛੱਡਣੀ ਨਹੀਂ ਚਾਹੁੰਦਾ। ਉਹਨਾਂ ਨੂੰ ਬਸ ਇਹ ਚੀਜ਼ ਦਾ ਗਿਲਾ ਸ਼ਿਕਵਾ ਹੈਗਾ ਕਿ ਜੀ ਇਹ ਬੰਦੇ ਨੂੰ ਕਿਸੇ ਤਰੀਕੇ ਦੱਬਿਆ ਜਾਏ। ਉਹਨਾਂ ਕੋਈ ਥ੍ਰੈਟ ਵੀ ਆਇਆ? ਉਹਨਾਂ ਕੋਲ ਥ੍ਰੈਟ ਆਉਂਦੇ ਰਹਿੰਦੇ ਜੀ, ਬਹੁਤ ਥ੍ਰੈਟ ਆਉਂਦੇ ਆ। ਲੇਕਿਨ ਕੋਈ ਗੱਲ ਨਹੀਂ, ਜਿੰਨੇ ਪਰਮਾਤਮਾ ਨੇ ਸਵਾਸ ਲਿਖੇ ਆ ਉਹਨਾਂ ਦੇ ਹੋਣੇ ਹੀ ਨੇ, ਡਰ ਕੇ ਤਾਂ ਕੁਝ ਹੋਣਾ ਨਹੀਂ ਹੈ। ਥ੍ਰੈਟਾਂ ਦੀ ਕੰਪਲੇਂਟ ਆ ਜਿਹੜੀ ਤੁਸੀਂ CP ਸਾਹਿਬ ਨੂੰ ਦੱਸੀ? ਸਰ ਦੇਖੋ ਮੇਰੀ ਗੱਲ ਸੁਣੋ, ਅਸੀਂ ਕਿਸੇ ਵੀ ਦਾਇਰੇ 'ਚ ਜਾਈਏ, ਚਾਹੇ ਪੁਲਿਸ ਦਾਇਰੇ ਚਾਹੀਏ, ਚਾਹੇ ਕਾਰਪੋਰੇਸ਼ਨ ਦਾਇਰੇ ਚਾਹੀਏ, ਕਿਸੇ ਵੀ ਦਾਇਰੇ ਜਾਈਏ, ਸੁਣਵਾਈ ਨਹੀਂ ਹੈ। ਕਿਉਂਕਿ ਸਾਡੇ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਸੁਣਵਾਈ ਤੇ ਦੇਖੋ, ਜਿੱਥੇ ਏਡਾ ਵੱਡਾ ਰਸੂਖਦਾਰ ਬੰਦਾ ਪਿੱਛੇ ਬੈਠਾ ਹੋਵੇ, ਉਹਦੇ ਇੱਕ ਟੈਲੀਫੋਨ 'ਤੇ ਸਭ ਕੁਝ ਅਫਸਰ ਕਰ ਦਿੰਦੇ ਆ, ਸਾਡੀ ਉੱਥੇ ਸਰ ਸੁਣਵਾਈ ਕਿੱਥੇ ਹੋਣੀ ਹੈ?
ਤੇ ਫਿਰ ਤੁਸੀਂ ਜਦੋਂ ਹਾਈ ਕੋਰਟ ਦਾ ਰੁਖ ਕੀਤਾ ਤੇ ਹਾਈ ਕੋਰਟ ਨੂੰ ਤੁਸੀਂ ਕੀ ਦੱਸਿਆ ਵੀ ਮੇਰੀ ਕੀ ਪਰੇਸ਼ਾਨੀ? ਸਰ ਅਸੀਂ ਹਾਈ ਕੋਰਟ ਅੱਗੇ ਫਰਿਆਦ ਕੀਤੀ ਕਿ ਦੇਖੋ ਸਰ ਸਾਡੀ ਇਹ ਦੁਕਾਨ ਇੱਦਾਂ ਸੀਲ ਕੀਤੀ ਹੈ ਬਿਨਾਂ ਨੋਟਿਸ ਤੋਂ, ਬਿਨਾਂ ਗੱਲਬਾਤ ਤੋਂ, ਜਿੰਦੇ 'ਚ ਮੈਂ 1980 ਤੋਂ ਕਿਰਾਏਦਾਰ ਹਾਂ। ਹਾਈ ਕੋਰਟ ਨੇ ਬਹੁਤ ਅੱਛਾ ਸਟੈਪ ਚੱਕਿਆ। ਉਹਨਾਂ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਖਿਚਾਈ ਕੀਤੀ ਔਰ ਇਹ ਕਮਿਸ਼ਨਰ ਸਾਹਿਬ ਨੇ ਉੱਥੇ ਪ੍ਰੋਮਿਸ ਕੀਤਾ ਕਿ ਸਵੇਰੇ ਮੈਂ 10 ਵਜੇ ਦੁਕਾਨ ਖੋਲ੍ਹ ਦੂੰਗਾ। ਮਿਸਟਰ ਬੇਦੀ ਆਏ, ਸਵੇਰੇ 10 ਵਜੇ ਦੁਕਾਨ ਖੋਲ੍ਹ ਗਏ। ਫਿਰ ਦੂਸਰਾ ਰੁਖ ਸਾਨੂੰ ਜਿਹੜਾ ਇਨਸਾਫ ਮਿਲਿਆ ਹਾਈ ਕੋਰਟ ਤੋਂ, ਹਾਈ ਕੋਰਟ ਨੇ ਕਿਹਾ ਵੀ ਇਹ ਬੰਦੇ ਦੀ ਦੁਕਾਨ ਇੰਨੇ ਦਿਨ ਬੰਦ ਰਹੀ ਹੈ, ਇਹਨੂੰ ਹਰਜਾਨਾ ਦਿਓ। ਹਾਈ ਕੋਰਟ ਨੇ 25,000 ਰੁਪਏ ਦਾ ਇਹਨਾਂ ਨੂੰ ਜੁਰਮਾਨਾ ਲਗਾਇਆ, ਜਿਹੜਾ ਇਹਨਾਂ ਨੇ ਮੈਨੂੰ 1 ਮਹੀਨੇ 'ਚ ਪੇ ਕਰਨਾ ਹੈ। ਉਸ ਤੋਂ ਬਾਅਦ ਵੀ ਅਸੀਂ ਕੋਰਟ ਦੇ ਵਿੱਚ ਮੂਵ ਕਰਾਂਗੇ। ਜਿਹੜਾ ਮੇਰੀ ਇੰਨੀ ਬੇਇੱਜ਼ਤੀ ਹੋਈ ਹੈ ਜਾਂ ਮੇਰਾ ਇਹਨਾਂ ਨੇ ਨੁਕਸਾਨ ਕੀਤਾ ਹੈ, ਅਸੀਂ ਕੋਰਟ 'ਚ ਜਾਵਾਂਗੇ ਹਰਜਾਨੇ। ਮਾਨਯੋਗ ਹਾਈ ਕੋਰਟ ਨੇ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ EMPLOYEES ਹੈ ਜਿਨ੍ਹਾਂ ਨੇ ਸਾਰਾ ਕੰਮ ਕੀਤਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਦੇ ਆਦੇਸ਼ ਨਹੀਂ ਜਾਰੀ ਕੀਤੇ? ਨਹੀਂ, ਇਸ ਤਰ੍ਹਾਂ ਦੇ ਕੋਈ ਆਦੇਸ਼ ਜਾਰੀ ਨਹੀਂ ਹੋਏ। ਜੋ ਆਰਡਰ ਦੇ ਵਿੱਚ ਲਿਖਿਆ ਹੋਇਆ ਆਰਡਰ ਦੇ ਵਿੱਚ ਇਹਨਾਂ ਨੂੰ ਜੁਰਮਾਨਾ ਹੀ ਪਾਇਆ ਗਿਆ ਬਸ। ਤੇ ਹੁਣ ਅੱਗੇ ਤੁਸੀਂ ਕੀ ਮੰਗ ਕਰਦੇ ਪਏ ਹੋ ਇਸ ਟਾਈਮ? ਜਿਹੜੀ ਪੋਜੀਸ਼ਨ ਹੈਗੀ ਹਾਈ ਕੋਰਟ ਅਗਰ ਜਿਹੜਾ ਤੁਸੀਂ ਕੇਸ ਲਗਾਇਆ ਉਸਦੀ ਕੀ ਸਟੇਟਸ ਹੈਗਾ? ਹਾਈ ਕੋਰਟ ਦੀ ਸਟੇਟਸ ਇਹੀ ਹੈ ਜੀ, ਬਸ ਕੱਲ੍ਹ ਉਹ ਕੇਸ ਕਲੋਜ਼ ਹੋ ਗਿਆ, ਇਹਨਾਂ ਨੂੰ 25,000 ਰੁਪਏ ਜੁਰਮਾਨਾ ਪਾ ਦਿੱਤਾ। ਅਗਰ ਇਹ ਮੈਨੂੰ ਫਿਰ ਤੰਗ ਕਰਨਗੇ ਹਾਈ ਕੋਰਟ, ਫਿਰ ਮੈਂ ਦੁਬਾਰਾ ਮੂਵ ਕਰ ਸਕਦਾ। ਲੇਕਿਨ ਇਹ ਮੇਰੀ ਪਰੇਸ਼ਾਨੀ ਨਹੀਂ ਹੈ, ਇਹ ਸਾਰੀ ਘੁਮਾਰ ਮੰਡੀ ਦੀ ਪਰੇਸ਼ਾਨੀ ਹੈ। ਇਹਨਾਂ ਨੇ ਕੁਛ ਮਹੀਨੇ ਪਹਿਲੇ ਹੋਰ ਵੀ ਦੁਕਾਨਾਂ ਸੀਲ ਕੀਤੀਆਂ ਸੀਗੀਆਂ। ਮਤਲਬ ਉਹਨਾਂ ਦੇ ਪਿੱਛੇ ਵੀ ਉਹੀ ਬੰਦਾ ਸੀ? ਉਹੀ ਬੰਦੇ ਆ ਜੀ, ਉਹੀ ਬੰਦੇ ਆ, ਉਹੀ ਸਟਾਫ ਹੈ ਕਾਰਪੋਰੇਸ਼ਨ ਦਾ, ਉਹੀ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਆ। ਬਾਰ-ਬਾਰ ਦੇਖੋ, ਪਤਾ ਨਹੀਂ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਕੀ ਮਿਲਦਾ, ਕੀ ਰੱਖਿਆ ਹੋਇਆ ਜਿਹੜੀ ਇਹਨਾਂ ਦੀ ਟਰਾਂਸਫਰ ਹੀ ਨਹੀਂ ਹੁੰਦੀ। ਕੋਈ ਮਿਨਿਸਟਰੀ 'ਚ ਇਹਨਾਂ ਦੀ ਪਹੁੰਚ ਹੈ ਜਾਂ ਇਹਨਾਂ ਦੀ ਸਰਕਾਰੀ ਦਾਇਰਿਆਂ 'ਚ ਕੀ ਪਹੁੰਚ ਹੈ ਕਿ ਜਿਹੜੇ ਬੰਦੇ ਇੱਥੇ 20-20 ਸਾਲ ਦੇ ਇੱਕ ਹੀ ਕੁਰਸੀ 'ਤੇ ਬੈਠੇ ਨੇ। ਕਰੋੜਾਂ ਰੁਪਏ ਦੀ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ। ਜਿਹੜੇ ਇੱਥੇ ਬੰਦੇ ਬੈਠੇ ਉਹਨਾਂ ਦੇ ਪਿੱਛੇ ਇਨਕਮ ਟੈਕਸ ਦੀਆਂ ਰੇਡਾਂ ਵੀ ਹੋਈਆਂ ਨੇ ਅਫਸਰਾਂ ਦੇ, ਲੇਕਿਨ ਫਿਰ ਉਹ ਉੱਥੇ ਦੇ ਉੱਥੇ ਹੀ ਬੈਠੇ ਨੇ ਕਿਉਂਕਿ ਰਸੂਖਦਾਰ ਬੰਦੇ ਉਹਨਾਂ ਦੀ ਪਿੱਛੇ ਪਿੱਠ 'ਤੇ ਬੈਠੇ ਆ। ਤੇ ਜਦੋਂ ਹਾਈ ਕੋਰਟ ਦੇ ਆਰਡਰ ਆਏ ਨੇ ਤਾਂ ਉਹਨਾਂ ਨੂੰ ਇੱਕ ਜੁਰਮਾਨਾ ਵੀ ਜਿਹੜਾ ਲਗਾਇਆ ਗਿਆ ਕਾਰਪੋਰੇਸ਼ਨ ਨੂੰ ਕਿ ਤੁਹਾਨੂੰ ਜਿਹੜਾ 25,000 ਰੁਪਏ ਪੇ ਕਰਨਾ। ਉਸ ਤੋਂ ਬਾਅਦ ਜਿਹੜੇ ਰਸੂਖਦਾਰ ਬੰਦੇ ਦੀ ਤੁਸੀਂ ਗੱਲ ਕਰਦੇ ਹੋ ਪਿੱਛੇ ਰਹਿ ਕੇ, ਜਿਸ ਨੇ ਇਹ ਸਾਰਾ ਕੰਮ ਕਰਵਾਇਆ ਸੀਲ ਕਰਨ ਦਾ, ਉਹਨੇ ਤੁਹਾਡੇ ਨਾਲ ਦੁਬਾਰਾ ਰਾਬਤਾ ਕਾਇਮ ਕੀਤਾ? ਕੁਝ ਮੈਸੇਜ ਆਇਆ? ਨਹੀਂ ਜੀ, ਉਹਨੇ ਕੋਈ ਰਾਬਤਾ ਨਹੀਂ ਕਾਇਮ ਕੀਤਾ। ਉਹਨੂੰ ਕੀ ਲੋੜ ਹੈ ਜੀ ਰਾਬਤਾ ਕਾਇਮ ਕਰਨ ਦੀ? ਉਹ ਕੋਈ ਹੋਰ ਸਾਈਡ ਲੱਭਦਾ ਹੋਊਗਾ ਵੀ ਮੈਂ ਕਿਸ ਤਰ੍ਹਾਂ ਪਰੇਸ਼ਾਨ ਕਰਾਂ। ਮਤਲਬ ਜੇ ਤੁਸੀਂ ਹਾਈ ਕੋਰਟ ਨਾ ਜਾਂਦੇ ਤਾਂ ਤੁਹਾਡੇ ਕਹਿਣ ਦਾ ਮਤਲਬ ਕਿ ਇਹ ਦੁਕਾਨਾਂ ਜਿਹੜੀ ਤੁਹਾਡੀ ਦੱਬੀ ਜਾਂਦੀ? ਸਰ 100% ਦੇਖੋ, ਇੱਕ ਸਿਰਫ ਅੱਜ ਦੀ ਡੇਟ ਦੇ ਵਿੱਚ ਅਗਰ ਜੇ ਕਿਸੇ ਗਰੀਬ ਬੰਦੇ ਨੂੰ ਕੋਈ ਬੈਨੀਫਿਟ ਮਿਲਦਾ ਹੈ ਜਾਂ ਕੋਈ ਫੇਵਰ ਮਿਲਦੀ ਹੈ ਤਾਂ ਉਹ ਹਾਈ ਕੋਰਟ ਹੀ ਹੈ ਜਾਂ ਕੋਰਟਾਂ ਤੋਂ ਹੀ ਮਿਲਣ ਦੇ ਚਾਂਸ ਹੈ ਜੀ। ਬਾਕੀ ਅਸੀਂ ਹੋਰ ਦਾਇਰੇ ਤੋਂ, ਕਿਸੇ ਤੋਂ, ਪੁਲਿਸ ਤੋਂ ਜਾਂ ਹੋਰ ਕਿਸੇ ਅਫਸਰਾਂ ਤੋਂ ਕੋਈ ਆਸ ਨਹੀਂ ਰੱਖਦੇ। ਅੱਛਾ, ਜਿਹੜੇ ਇਸ ਪ੍ਰਾਪਰਟੀ ਦੇ ਅਸਲ ਮਾਲਕ ਨੇ ਜਿਹੜੇ, ਉਹਨਾਂ ਨਾਲ ਤੁਸੀਂ ਗੱਲ ਸਾਂਝਾ ਕੀਤੀ ਕਿ ਇੱਦਾਂ ਦਾ ਕਬਜ਼ਾ ਜਿਹੜਾ ਹੋਣ ਲੱਗਾ ਸੀਗਾ ਤੇ ਉਹਨਾਂ ਨੇ ਤੁਹਾਡਾ ਸਾਥ ਦੇਣ ਦਾ ਗੱਲ ਕਹੀ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਦੇ ਐਕਚੁਅਲੀ ਮਾਲਕ ਤਾਂ ਉਹੀ ਨੇ? ਸਰ ਬਿਲਕੁਲ ਉਹ ਸਾਥ ਦਿੰਦੇ, ਨਾਲ ਨੇ ਜੀ, ਬਿਲਕੁਲ ਨਾਲ ਨੇ ਸਾਡੇ, ਬਿਲਕੁਲ ਸਾਡੇ ਨਾਲ ਨੇ, ਕੋਈ ਐਸੀ ਗੱਲ ਨਹੀਂ ਹੈ। ਅੱਗੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਜਾਂ ਕਹਿ ਲਈਏ ਕਿ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹੋ ਕਿ ਇਹੋ ਜਿਹੇ ਬੰਦਿਆਂ ਨਾਲ ਕੀ ਹੈ ਜਿਹੜਾ? ਸਰ ਸਾਡੀ ਦੇਖੋ ਇੱਕ ਹੀ ਗੱਲ ਹੈ ਕਿ ਇਹ ਜਿਹੜੇ ਅਫਸਰ ਬੈਠੇ ਹੋਏ ਆ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕਿਉਂ ਇੰਨੀ ਦੇਰ ਤੋਂ ਇੱਥੇ ਬੈਠੇ ਆ, ਕਿੰਦੀ ਸ਼ਾਇਦ ਇੰਨੀ ਦੇਰ ਤੋਂ ਬੈਠੇ ਆ। ਨਾ ਇਹਨਾਂ ਦੀ ਕੋਈ ਬਦਲੀ ਹੁੰਦੀ ਹੈ, ਅਗਰ ਬਦਲੀ ਹੁੰਦੀ ਹੈ 2 ਦਿਨ ਲਈ ਹੁੰਦੀ ਹੈ, ਤੀਸਰੇ ਦਿਨ ਫਿਰ ਇਹ ਕੁਰਸੀਆਂ 'ਤੇ ਆ ਕੇ ਬੈਠ ਜਾਂਦੇ। ਇਹ ਕੁਰਸੀਆਂ ਦੇ ਵਿੱਚ ਕੀ ਹੈ? ਇਹਦੇ 'ਚ ਕਿਹੜਾ ਕੁਰਸੀਆਂ 'ਚ ਖਜ਼ਾਨਾ ਦੱਬਿਆ ਹੋਇਆ ਕਿ ਜਿਹੜੇ ਬਾਰ-ਬਾਰ ਇਹ ਅਫਸਰ ਆ ਕੇ ਇੱਥੇ ਬੈਠਦੇ ਆ ਔਰ ਕਿੰਦੀ ਸ਼ਾਇਦ ਇਹ ਬੈਠਦੇ ਆ? ਇਹ ਇਨਕੁਆਇਰੀ ਹੋਣੀ ਚਾਹੀਦੀ ਆ। ਤੁਹਾਨੂੰ ਲੱਗਦਾ ਕਿ ਜਿਹੜੇ ਕੁਝ ਰਸੂਖਦਾਰ ਬੰਦੇ ਪੋਲੀਟੀਕਲ ਪਾਰਟੀਆਂ ਨਾਲ ਤਾਲੁਕ ਰੱਖਦੇ ਆ ਉਹੀ ਇਹਨਾਂ ਅਫਸਰਾਂ ਨੂੰ ਇੱਥੇ ਦੁਬਾਰਾ ਇਸੇ ਜਗ੍ਹਾ ਦੇ ਉੱਤੇ ਜਿਹੜਾ ਪੋਸਟਡ ਐਡ ਕਰਵਾ ਲੈਂਦੇ? ਨੈਚੁਰਲੀ ਗੱਲ ਹੈ ਜੀ, ਕਿਉਂਕਿ ਇਹ ਜਿਹੜੇ ਪੋਲੀਟੀਕਲ ਬੰਦਿਆਂ ਦੇ ਇਹ ਕਮਾਊ ਪੁੱਤ ਨੇ। ਜਿਹੜੇ ਅਫਸਰ ਕਾਰਪੋਰੇਸ਼ਨ ਬੈਠੇ ਆ, ਦੇਖੋ ਹੁਣ ਘੁਮਾਰ ਮੰਡੀ 'ਚ ਕਰੋੜਾਂ ਦਾ ਬਿਜ਼ਨਸ ਹੈਗਾ। ਇਹ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਨੇ, ਇਹ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਨੇ ਕਿ ਇਹ ਬਿਲਡਿੰਗਾਂ ਦੇ ਨਕਸ਼ੇ ਕਿਸ ਤਰ੍ਹਾਂ ਪਾਸ ਹੋ ਰਹੇ ਆ ਔਰ ਜਿਸ ਵੇਲੇ ਬਿਲਡਿੰਗ ਕੰਪਲੀਟ ਹੋ ਜਾਂਦੀ ਹੈ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਇਹ ਨਕਸ਼ਾ ਸਹੀ ਬਣਿਆ ਹੋਇਆ। ਜਦ ਕਿ ਦੇਖੋ ਪਹਿਲੇ ਦੇ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਹੈਗੇ ਆ ਪੈਸੇ ਖਾ ਕੇ ਬਣਵਾ ਦਿੰਦੇ ਆ, 10 ਸਾਲਾਂ ਬਾਅਦ ਇਹਨਾਂ ਉੱਠ ਜਾਂਦੇ ਜੀ ਆ ਬਿਲਡਿੰਗ ਨਜਾਇਜ਼ ਬਣੀ ਹੋਈ ਹੈ, ਖੁਦ ਹੀ ਬਣਵਾਉਂਦੇ ਆ, ਖੁਦ ਹੀ ਤੋੜਨ ਆ ਜਾਂਦੇ ਕਿਉਂਕਿ ਫਿਰ ਪੈਸੇ ਖਾਣ ਦਾ ਰਸਤਾ ਲੱਭਦੇ ਆ। ਇਹ ਜਦੋਂ ਦੇਖੋ ਇੱਕ ਸੀਨੀਅਰ ਅਫਸਰਾਂ ਨੂੰ ਜਿਸ ਵੇਲੇ ਬਿਲਡਿੰਗ ਕੰਪਲੀਟ ਹੋ ਜਾਂਦੀ ਹੈ ਇਹਦਾ ਸਰਵੇ ਕਰਨਾ ਚਾਹੀਦਾ ਕਿ ਬਿਲਡਿੰਗ ਠੀਕ ਬਣੀ ਹੈ, ਕੋਈ ਕੰਸਟਰਕਸ਼ਨ ਗਲਤ ਨਹੀਂ ਹੋਈ, ਕਿਉਂਕਿ ਪਹਿਲੇ ਖੁਦ ਹੀ ਗਲਤ ਕੰਸਟਰਕਸ਼ਨ ਕਰਾਉਂਦੇ ਆ। ਹੁਣ ਤੁਸੀਂ ਘੁੰਮੋ ਏਰੀਆ ਮੇਰਾ, ਦੇਖੋ ਜਾ ਕੇ ਘੁੰਮ ਕੇ ਕਿੰਨੀਆਂ ਕੰਸਟਰਕਸ਼ਨ ਚੱਲਦੀਆਂ ਪਈਆਂ ਨੇ, ਕਿੰਨੇ ਕੁ ਨਕਸ਼ੇ ਪਾਸ ਨੇ। ਇਹ ਸਿਰਫ ਗਰੀਬ ਬੰਦਿਆਂ ਨੂੰ ਇਹਨਾਂ ਨੇ ਪੈਸੇ ਖਾਣ ਦਾ ਸਾਧਨ ਬਣਾਏ ਹੋਏ ਆ
ਹੋਰ ਕੁਛ ਨਹੀਂ ਹੈ। ਜਿਹੜੇ ਦੇਖੋ ਹੁਣ ਕਮਿਸ਼ਨਰ ਸਾਹਿਬ ਨੇ ਬਹੁਤ ਸ਼ਰੀਫ ਅਫਸਰ ਨੇ, ਮੈਂ ਉਹਨਾਂ ਨੂੰ ਮਿਲਿਆ ਜਿਹੜੇ IAS ਹੈਗੇ ਨੇ, ਲੇਕਿਨ ਉਹਨਾਂ ਨੂੰ ਪਤਾ ਨਹੀਂ ਥੱਲੇ ਅਫਸਰ ਕੀ ਕੰਮ ਕਰ ਰਹੇ ਆ। ਪੈਸਾ ਤਾਂ ਥੱਲੇ ਦੇ ਅਫਸਰ ਖਾ ਰਹੇ ਆ, ਉਹਨਾਂ ਤੱਕ ਤੇ ਗੱਲ ਹੀ ਨਹੀਂ ਜਾਂਦੀ। ਹੁਣ ਤੁਸੀਂ ਮੇਰੀ ਮਾਰਕੀਟ 'ਚ ਜਾਓ, ਸਰਵੇ ਕਰੋ, ਦੇਖੋ ਕਿੰਨੀਆਂ ਬਿਲਡਿੰਗਾਂ ਨਵੀਆਂ ਬਣਦੀਆਂ ਪਈਆਂ, ਕਿਹੜੇ ਨਕਸ਼ੇ ਪਾਸ ਹੈ? ਕੋਈ ਨਕਸ਼ੇ ਪਾਸ ਨਹੀਂ ਹੈ। ਇਹ ਇਹਨਾਂ ਨੇ 10 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ ਆ ਕੇ ਇਹੀ ਪੈਸੇ ਬਣਾਉਣ ਦੇ ਬਾਰੇ ਲੋਕਾਂ ਨੂੰ ਡਰਾਉਣਾ, ਥ੍ਰੈਟ ਕਰਨਾ, ਜਾਂ ਤੁਹਾਡੀ ਬਿਲਡਿੰਗ ਨਜਾਇਜ਼ ਬਣੀ ਹੋਈ ਹੈ। ਅੱਛਾ, ਤੁਹਾਡੀ ਦੁਕਾਨ ਸੀਲ ਹੋਈ, ਮਾਣਯੋਗ ਹਾਈ ਕੋਰਟ ਤੋਂ ਤੁਸੀਂ ਆਰਡਰ ਲਏ, ਤੁਹਾਨੂੰ ਜਿਹੜੀ ਰਾਹਤ ਮਿਲੀ, ਲੇਕਿਨ ਹੱਲੇ ਵੀ ਕਿਤੇ ਨਾ ਕਿਤੇ ਡਰ ਭੈ ਮਨ ਦੇ ਵਿੱਚ ਹੈ। ਬਿਲਕੁਲ ਹੈ ਜੀ, ਬਿਲਕੁਲ ਭੇ ਹੈ ਜੀ, ਬਿਲਕੁਲ ਡਰ ਸਾਡੇ ਮਨਾਂ 'ਚ ਹੈਗਾ। ਮੇਰੇ ਇਕੱਲੇ ਦੇ ਨਹੀਂ ਹੈ, ਸਾਰੇ ਏਰੀਆ ਦੇ ਲੋਕਾਂ ਦੇ ਵਿੱਚ ਹੀ ਹੈ, ਕਿਉਂਕਿ ਇਹ ਲੋਕ ਕੁਝ ਵੀ ਕਰ ਸਕਦੇ ਆ। ਇਹ ਸਾਡੀ ਜਾਨ ਨੂੰ ਵੀ ਖਤਰਾ ਹੈ, ਸਾਡੇ ਮਾਲ ਨੂੰ ਵੀ ਖਤਰਾ ਹੈ, ਸਾਡੇ ਵਰਕਰਾਂ ਨੂੰ ਵੀ ਖਤਰਾ ਹੈ। ਇਹ ਕੋਈ ਵੀ ਸਾਡਾ ਨੁਕਸਾਨ ਕਰ ਸਕਦੇ, ਕਿਉਂਕਿ ਬੜੇ ਪਾਵਰਫੁਲ ਬੰਦੇ ਆ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਥ੍ਰੈਟ ਆਇਆ, ਥ੍ਰੈਟ ਕੀ ਆਇਆ? ਫੋਨ ਕਾਲ ਆਈ ਸੀ ਜਾਂ ਬੰਦਾ ਮਿਲਿਆ ਸੀ, ਉਹਨੇ ਕੀ ਕਿਹਾ? ਦੇਖੋ ਥ੍ਰੈਟ ਕਾਲ ਕੀ ਹੈ ਵੀ ਆਂਢ ਗੁਆਂਢ 'ਚ ਹੀ ਮੈਸੇਜ ਆਉਂਦੇ ਆ ਵੀ ਇਹਨਾਂ ਨੂੰ ਕੁਝ ਦੁਕਾਨ ਛੱਡ ਦੇਣ, ਜਦ ਕਿ ਮੇਰੇ ਮਾਲਕਾਂ ਦੀ ਇਹ ਪ੍ਰਾਪਰਟੀ ਹੈ, ਅਸੀਂ ਦੁਕਾਨ ਕਿੱਦਾਂ ਛੱਡ ਦਈਏ? ਤੇਰੀ ਕੋਈ ਜਗ੍ਹਾ ਖਰੀਦੀ ਹੋਈ ਹੈ ਪਿੱਛੇ, ਤੈਨੂੰ ਨਹੀਂ ਰਸਤਾ ਲੱਗਦਾ, ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ? ਤੂੰ ਧੱਕੇ ਨਾਲ ਥੋੜ੍ਹਾ ਕਰ ਸਕਦਾ। ਮਤਲਬ ਪਿੱਛੇ ਕੋਈ ਜਗ੍ਹਾ ਆ, ਉਹਨੂੰ ਰਸਤਾ ਨਹੀਂ ਹੈਗਾ, ਤਾਂ ਕਰਕੇ ਇਹ ਕੰਮ ਹੋਇਆ? ਹਾਂਜੀ ਹਾਂਜੀ, ਬਿਲਕੁਲ ਪਿੱਛੇ ਕੋਈ ਜਗ੍ਹਾ ਖਾਲੀ ਪਈ ਆ, ਇੱਕ ਬੰਦਾ 37 ਗਜ ਦੀ ਰਜਿਸਟਰੀ ਲੈ ਕੇ ਘੁੰਮ ਰਿਹਾ ਕਿ ਜੀ ਇਹ ਜਗ੍ਹਾ ਮੇਰੀ ਹੈ, ਲੇਕਿਨ ਉਹਦੀ ਜਗ੍ਹਾ ਮੇਰੀ ਦੁਕਾਨ ਦੀ ਬੈਕ ਸਾਈਡ 'ਤੇ ਪਈ ਹੈ, ਜਿੰਦਾ ਕਿ ਕੋਰਟ ਕੇਸ ਚੱਲ ਰਿਹਾ। ਕੋਰਟ ਕੇਸ ਕੀ ਚੱਲ ਰਿਹਾ? ਉਹਦੇ 'ਚ ਕੋਰਟ ਕੇਸ ਇਹ ਚੱਲ ਰਿਹਾ ਜੀ, ਉਹਨੇ ਜਿਹੜੀ ਰਜਿਸਟਰੀ ਦੀਆਂ ਸਾਈਡਾਂ ਗਲਤ ਪਾਈਆਂ ਹੋਈਆਂ ਨੇ, ਉਹਨੇ 3 ਵਾਰੀ ਰਜਿਸਟਰੀ ਕਰਾਈ ਹੈ, 2 ਵਾਰੀ ਉਹਨੇ ਗਲਤ ਰਜਿਸਟਰੀ ਕਰਾਈ ਹੈ, ਤੀਸਰੀ ਵਾਰੀ ਉਹਨੇ ਫੇਰ ਠੀਕ ਕਰਾਈ ਹੈ। ਕੋਰਟ ਦੇ ਵਿੱਚ ਇਹ ਚੀਜ਼ ਦਾ ਕੇਸ ਚੱਲ ਰਿਹਾ ਜੀ, ਉਹਨੇ ਮੇਰੇ 'ਤੇ ਕੇਸ ਕੀਤਾ ਹੋਇਆ ਕਿ ਇਹ ਪ੍ਰਾਪਰਟੀ ਮੇਰੀ ਹੈ, ਜਦ ਕਿ ਇਸ ਪ੍ਰਾਪਰਟੀ ਨਾਲ ਉਹਦਾ ਕੋਈ ਲਿੰਕ ਹੀ ਨਹੀਂ ਹੈ। ਮਤਲਬ ਉਸ ਜਗ੍ਹਾ ਨੂੰ ਕੋਈ ਰਸਤਾ ਜਿਹੜਾ ਨਹੀਂ ਲੱਗਦਾ, ਤਾਂ ਕਰਕੇ ਉਹਨੇ ਇੱਕ ਰਸਤਾ ਬਣਾਉਣ ਦੇ ਕਰਕੇ ਤੁਹਾਡੀ ਦੁਕਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼। ਬਿਲਕੁਲ ਜੀ, ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਅੱਛਾ, ਹੁਣ ਤੁਸੀਂ ਕੀ ਅੱਗੇ ਮੰਗ ਕਰਦੇ ਹੋ? ਤੁਸੀਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀ? ਪ੍ਰਸ਼ਾਸਨ ਤੋਂ ਇਹੀ ਕਿ ਵੀ ਸਾਡੀ ਮਾਲ ਜਾਨ ਦੀ ਰੱਖਿਆ ਕਰੇ ਪ੍ਰਸ਼ਾਸਨ, ਜੇ ਕਰ ਸਕਦਾ, ਨਹੀਂ ਤਾਂ ਫਿਰ ਜੋ ਹੋਏਗਾ ਪਰਮਾਤਮਾ ਦੇ ਹੱਥ 'ਚ ਹੈ। ਕਿਉਂਕਿ ਪ੍ਰਸ਼ਾਸਨ ਤੇ ਦੇਖੋ ਖੁਦ ਹੀ ਧੱਕਾ ਕਰ ਰਿਹਾ ਨਾ। ਅਸੀਂ ਪ੍ਰਸ਼ਾਸਨ ਤੋਂ ਮੰਗ ਤੇ ਤਾਂ ਕਰੀਏ ਜੇ ਪ੍ਰਸ਼ਾਸਨ ਸਾਡਾ ਸਾਥ ਦੇਵੇ, ਇਨਸਾਫ ਕਰੇ। ਜਦ ਕੋਰਟ ਕੇਸ ਚੱਲਦੇ ਪਏ ਆ, ਸਾਰਾ ਕੁਝ ਚੱਲਦਾ ਪਿਆ, ਇਹਦੇ ਪ੍ਰਸ਼ਾਸਨ ਖੁਦ ਹੀ ਸਾਡੇ ਨਾਲ ਧੱਕਾ ਕਰ ਰਿਹਾ ਉਸ ਬੰਦੇ ਦੇ ਕਹਿਣ 'ਤੇ। ਦੇਖੋ ਬੰਦਾ ਸਾਡੇ ਨਾਲ ਧੱਕਾ ਕਰੇ, ਅਸੀਂ ਪ੍ਰਸ਼ਾਸਨ ਕੋਲ ਜਾਈਏ, ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੇ, ਅਸੀਂ ਕਿਹਦੇ ਕੋਲ ਜਾਈਏ? ਫਿਰ ਤਾਂ ਸਾਡੇ ਕੋਲ ਹਾਈ ਕੋਰਟ ਹੀ ਹੈ ਜਾਂ ਕੋਰਟਾਂ 'ਚ ਹੀ ਜਾ ਸਕਦੇ ਹਾਂ। ਦੇਖੋ ਕਰੋਨਾ ਦੇ ਵਿੱਚ ਕੋਰਟਾਂ ਵੀ ਬੰਦ ਚੱਲ ਰਹੀਆਂ ਨੇ, ਇਹ ਤਾਂ ਫਿਰ ਵੀ ਜੱਜ ਸਾਹਿਬ ਦੇ ਅਸੀਂ ਬੜੇ ਥੈਂਕਸਫੁਲ ਹੈਗੇ ਹਾਂ, ਸਾਰੀ ਮਾਰਕੀਟ ਸਾਡੇ ਐਸੋਸੀਏਸ਼ਨ ਵੱਲੋਂ ਵੀ, ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਅਤੇ ਬੜੇ ਟਾਈਮ ਸਿਰ ਉਹਨਾਂ ਨੇ ਇਨਸਾਫ ਕਰ ਦਿੱਤਾ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਰਸੂਖਦਾਰ ਵਿਅਕਤੀ ਵੱਲੋਂ, ਕਿਉਂਕਿ ਮਾਜਰਾ ਇਹ ਸਾਰਾ ਜਿਹੜੀ ਇਹਨਾਂ ਦੀ ਦੁਕਾਨ ਹੈ, ਦੁਕਾਨ ਦੇ ਪਿੱਛੇ ਕੋਈ ਖਾਲੀ ਜਗ੍ਹਾ ਜਿਹੜੀ ਉਸ ਵਿਅਕਤੀ ਨੇ ਖਰੀਦੀ ਆ, ਉਸ ਖਾਲੀ ਜਗ੍ਹਾ ਨੂੰ ਕੋਈ ਰਸਤਾ ਜਿਹੜਾ ਨਹੀਂ ਲੱਗਣ ਕਰਕੇ ਇਹਨਾਂ ਦੀ ਦੁਕਾਨ ਦੇ ਉੱਤੇ, ਇਹਨਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਦੇ ਉੱਤੇ ਇਲੀਗਲੀ ਤੌਰ 'ਤੇ ਕਬਜ਼ਾ ਜਿਹੜਾ ਕਰਨ ਦੀ ਕੋਸ਼ਿਸ਼ ਆ ਜਿਹੜੀ ਕੀਤੀ ਗਈ। ਧੰਨਵਾਦ ਕਰਦੇ ਆ ਮਾਣਯੋਗ ਹਾਈ ਕੋਰਟ ਦਾ ਕਿ ਉਹਨਾਂ ਹਾਈ ਕੋਰਟ ਤੋਂ ਇਹਨਾਂ ਨੂੰ ਰਾਹਤ ਮਿਲੀ, ਕਾਰਪੋਰੇਸ਼ਨ ਨੂੰ ਜਿਹੜੀ ਝਾੜ ਪਾਈ। ਲੇਕਿਨ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੇ ਵੱਡੇ ਅਫਸਰਾਂ ਨੂੰ ਜਦੋਂ ਇਹ ਮਿਲੇ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਸੀਲ ਕਦੋਂ ਹੋਇਆ, ਕਿਹਨੇ ਕੀਤਾ, ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰਸੂਖਦਾਰ ਵਿਅਕਤੀਆਂ ਦੀ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲੀ ਭੁਗਤ ਦੇ ਨਾਲ ਕਿਸ ਤਰ੍ਹਾਂ ਦੇ ਕਾਰਨਾਮੇ ਆ ਜਿਹੜੇ ਬੰਦੇ ਜਿਹੜੇ ਕਰ ਜਾਂਦੇ ਨੇ। ਅੱਜ ਵੀ ਕਿਤੇ ਨਾ ਕਿਤੇ ਇਹ ਇਨਸਾਫ ਦੀ ਮੰਗ ਕਰਦੇ ਆ, ਕਿਉਂਕਿ ਲਗਾਤਾਰ ਹਾਲੇ ਵੀ ਇਹਨਾਂ ਨੂੰ ਥ੍ਰੈਟ ਆ ਜਿਹੜੇ ਆ ਰਹੇ ਨੇ ਕਿ ਇਹ ਜਗ੍ਹਾ ਜਿਹੜੀ ਖਾਲੀ ਕਰ ਦਿਓ। ਕਿਤੇ ਨਾ ਕਿਤੇ 1980 ਤੋਂ ਲੈ ਕੇ ਇਹ ਲਗਾਤਾਰ ਹੁਣ ਤੱਕ ਇੱਥੇ ਬੈਠੇ ਆ। 1980 ਤੋਂ ਲਗਾਤਾਰ ਕਾਰਪੋਰੇਸ਼ਨ ਦੀਆਂ ਜਿਹੜੀਆਂ ਫੀਸਾਂ ਨੇ, ਟੈਕਸ ਦੀਆਂ ਫੀਸਾਂ ਨੇ, ਉਹ ਭਰਾ ਰਹੇ ਆ ਅਤੇ 1980 ਤੋਂ ਲਗਾਤਾਰ ਇੱਥੇ ਬੈਠੇ ਨੇ। ਇੱਕ ਵੱਡਾ ਸਵਾਲ ਹੈ ਪ੍ਰਸ਼ਾਸਨ ਨੂੰ ਵੀ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਅਜਿਹਾ ਕੰਮ ਆ ਜਿਹੜਾ ਨਹੀਂ ਹੋ ਸਕਦਾ। ਰਹੀ ਗੱਲ ਥ੍ਰੈਟ ਦੀ, ਤਾਂ ਥ੍ਰੈਟ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਅਗਰ ਪ੍ਰਸ਼ਾਸਨ ਹੀ ਉਹਨਾਂ ਦੇ ਨਾਲ ਮਿਲਿਆ ਹੋਵੇ ਤਾਂ ਅਸੀਂ ਕੰਪਲੇਂਟ ਜਿਹੜੀ ਆ ਕਿੱਥੇ ਕਰੀਏ। ਹਾਲੇ ਵੀ ਲਗਾਤਾਰ ਇਹਨਾਂ ਨੂੰ ਥ੍ਰੈਟ ਆ ਜਿਹੜੇ ਆ ਰਹੇ ਨੇ। ਇਹੀ ਕਹਿ ਰਹੇ ਨੇ ਰਜਿੰਦਰ ਹੋਰੀ ਕਿ ਅਗਰ ਸਾਡੀ ਜਾਨ ਮਾਲ ਦੀ ਰੱਖਿਆ ਪ੍ਰਸ਼ਾਸਨ ਕਰ ਸਕਦਾ ਹੈ ਤਾਂ ਬਿਲਕੁਲ ਕਰੇ, ਨਹੀਂ ਤਾਂ ਵਾਹਿਗੁਰੂ ਦੇ ਹੱਥ ਹੈ। ਕੈਮਰਾਮੈਨ ਸੰਦੀਪ ਸੋਨੀ ਦੇ ਨਾਲ ਵਿਸ਼ਾਲ ਸ਼ਰਦਾ, ਦੇਸ਼ ਵਿਦੇਸ਼ ਟਾਈਮਸ, ਲੁਧਿਆਣਾ।